किछ जात नाही, किछ ढंग ना मेरा। क्या मूल बुला गुण बिहुन, नाम जपया ना तेरा। मैं मूर्ख की केतक बात है, कोट अपराधी तरियारी। गुरु नानक जिन सुनिया पिखिया, से फिर गर्भासना प्रियारे। गुरु नानक जिन सुनिया पिखिया, से फिर गर्भासना प्रियारे। परम सन्मानयोग जुगो जुग अटल रहमतां दी वरखा करन वाले, ज्ञान बख्शीश दे निधान, चार पदार्थां दे दानी, सर्ब कला समर्थ, वालीए कुल आलम, गुरुआं दे गुरु, नाथां दे नाथ, जोगियां दे जोगी, पीरां दे पीर, गुरता गद्दी ते विराजमान दसां पातशाहियां दी आत्मिक जोत, समुची मानवता लुकाई खलकत दे सांझे रहबर, दुखां पापां कलेशां विघनां चिंतावां दा नाश करन वाले, साडे सुक चुके मन रूपी ਸਰੋਵਰਾਂ ਨੂੰ नाम जल दे नाल भरपूर करन वाले, शब्द गुरपीरा गहर गंभीरा, बिन शब्द जग बौराना, हमारी प्यारी अमृत धारी, गुर निमख ना मन ते टारी रे। धन 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 साहिब श्री गुरु ग्रंथ साहिब जी, तिन्हां दी पावन पाक पवित्र हजूरी दे अंदर सुभाएमान जुड़ मिल बैठे सतसंगी जनों, बहुत ही वडभागे हाँ जो अकाल पुरख दी मेहरामत ते गुरु ग्रंथ साहिब जी दी अपार कृपा दे सदका, बख्शिश इनायत दे सदका, हफ्तावारी गुरमत समागम दे अंदर हाजरी भर के सतगुरु जी दी इलाही बाणी दे नाल सांझ पा के अपने जीवन दीयां अमोलक घड़ियां, अमोलक पलां ते जिंदगी दे एक अमोलक सवास नूं सफला करन दा सफल यतन पए करदे हां। क्योंकि जदों मेरे मालिक पातशाह जी दी पावन बाणी नूं असीं पढ़दे हां ते बाणी नूं पढ़ के पता लगदा जिथे सस्सा सिमरन दी महानता है, जिथे सस्सा सेवा दी महानता है, उत्थे नाल ही सस्सा सत संगत दी बड़ी महानता है। तुसीं रोजाना सोदर दी बाणी दे विच पढ़दे हो, मेरे माधो जी सत संगत मिले सुतरिया। जिहड़ा मनुख सत संगत करदा है उहदा पार उतारा हो जाता है। ते सत संगत आख्या किनू जांदा है? ਉਹ संगत जिथे सत दी विचार होवे। सत संगत कैसी जानी है? जिथे एको नाम वखाणी है, जिथे सिर्फ एक अकाल पुरख दी परमात्मा दी गल चलदी होवे उहनूं सत संगत आख्या जांदा है। वडभागी हर संगत पावै, भागहीन भ्रम चोटां खावै। बिन भागा सत संग न लभै, बिन संगत मैल भरीजा जियो।
ਆਪਾਂ ਗੱਲ ਕਰ ਰਹੇ ਸੀ ਵੀ ਜਦੋਂ ਸੋਦਰ ਦੀ ਪਾਵਨ ਬਾਣੀ ਪੜ੍ਹਦੇ ਆ ਤੇ ਉਹਦੇ ਵਿੱਚ ਪਾਤਸ਼ਾਹ ਜੀ ਨੇ ਆਖਿਆ ਵੀ ਜਿਹੜੇ ਸਰੀਰ ਸਤ ਸੰਗਤ ਕਰਦੇ ਹਨ ਉਹ ਧਨਤਾ ਦੇ ਯੋਗ ਹਨ, ਉਹ ਵਡਭਾਗੇ ਹਨ। ਨਾਲ ਹੀ ਕਿਸੇ ਸਿੱਖ ਨੇ ਸਵਾਲ ਕੀਤਾ, ਪਾਤਸ਼ਾਹ ਇਹ ਤੇ ਆਪ ਨੇ ਉਹਨਾਂ ਸਰੀਰਾਂ ਦੀ ਗੱਲ ਕੀਤੀ ਹੈ ਜਿਹੜੇ ਸਤ ਸੰਗਤ ਕਰਦੇ ਹਨ, ਗੁਰੂ ਕੇ ਚਰਨਾਂ ਦੇ ਵਿੱਚ ਰੁੜ ਕੇ ਬੈਠਦੇ ਹਨ, ਪਰ ਜਿਹੜੇ ਮੇਰੇ ਵਰਗੇ ਅਭਾਗੇ ਮਨੁੱਖ ਸਤ ਸੰਗਤ ਦੇ ਵਿੱਚ ਆ ਕੇ ਆਪ ਦੇ ਚਰਨਾਂ ਦੇ ਵਿੱਚ ਆ ਕੇ ਨਹੀਂ ਬੈਠਦੇ, ਉਹਨਾਂ ਦੇ ਸੰਬੰਧ ਦੇ ਵਿੱਚ ਆਪ ਦੀ ਜਿਹੜੀ ਵਿਚਾਰ ਹੈ ਉਹ ਵੀ ਸਾਡੀ ਝੋਲੀ ਦੇ ਵਿੱਚ ਪਾਓ। ਤੇ ਮੇਰੇ ਮਾਲਕ ਨੇ ਆਖਿਆ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਸਤਿਗੁਰੂ ਦੀ ਸੰਗਤ ਦੇ ਵਿੱਚ ਆ ਕੇ ਗੁਰੂ ਕੇ ਚਰਨਾਂ ਦੇ ਵਿੱਚ ਨਹੀਂ ਬੈਠਦੇ, ਉਹਨਾਂ ਦਾ ਜਿਉਣਾ ਫਿਟਕਾਰਯੋਗ ਹੈ। ਸੋ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਕੇ ਚਰਨਾਂ ਦੇ ਵਿੱਚ ਜੁੜਨ ਦਾ ਅਵਸਰ ਮਿਲਿਆ ਹੈ। ਸਤਿਗੁਰੂ ਦੀ ਬਾਣੀ ਦੇ ਨਾਲ ਜੁੜੇ ਸੀ। ਆਓ ਉਪਰੰਤ ਦਾਸ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ, ਆਪਦੇ ਸਨਮੁਖ ਬਾਣੀ ਦੀ ਵਿਚਾਰ, ਗੁਰਮਤਿ ਵਿਚਾਰ ਤੇ ਇਤਿਹਾਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਬੜੀ ਹੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਦੀਨ ਹੋ ਕੇ, ਸਨਿਮਰ ਹੋ ਕੇ ਸਾਹਿਬਾਂ ਨੂੰ ਝੁਕਾਓ ਸੀਸ। ਦਾਸਰੇ ਨੂੰ ਬਖਸ਼ੋ ਅਸੀਸ, ਕੋਈ ਵੀ ਰਸਨਾ ਤੇ ਸਰੀਰ ਵਾਂਝਾ ਨਾ ਰਹੇ। ਦੋਵੇਂ ਹੱਥ ਜੋੜ ਫਤਿਹ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਆਪਾਂ ਗੱਲ ਕਰੀਏ ਜਿੱਥੇ ਆਪਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਦੇ ਵਿੱਚ ਗੁਰੂ ਘਰ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ, ਉੱਥੇ ਨਾਲ ਹੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤਿੰਨਾਂ ਦਾ ਪ੍ਰਕਾਸ਼ ਪੁਰਬ ਵੀ ਹੈ। ਆਓ ਕੁਝ ਸਮਾਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਦੀ ਵਿਚਾਰ ਦੇ ਨਾਲ, ਇਤਿਹਾਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਜਿਹੜੇ ਦੂਸਰੇ ਪਾਤਸ਼ਾਹ ਹਨ ਗੁਰੂ ਅੰਗਦ ਸਾਹਿਬ ਜੀ, ਇਹਨਾਂ ਦਾ ਜਨਮ 16ਵੀਂ ਸਦੀ ਦੇ ਵਿੱਚ ਹੋਇਆ ਹੈ। ਮਤਲਬ ਸਨ 1504 ਦੇ ਵਿੱਚ ਇਹਨਾਂ ਦਾ ਜਨਮ ਮੱਤੇ ਦੀ ਸਰਾਂ ਦੇ ਵਿੱਚ ਹੋਣਾ ਕੀਤਾ। ਮਾਤਾ ਦਾ ਨਾਮ ਹੈ ਮਾਤਾ ਰਾਮੋ ਤੇ ਪਿਤਾ ਦਾ ਨਾਮ ਹੈ ਫੇਰੂਮਲ ਜੀ। ਜਦੋਂ ਤੁਸੀਂ ਤਵਾਰੀਖ ਦੇ ਪੰਨੇ ਪੜ੍ਹੋਗੇ, ਇਤਿਹਾਸ ਦੇ ਪੰਨੇ ਪੜ੍ਹੋਗੇ ਤੇ ਤੁਹਾਨੂੰ ਪਤਾ ਲੱਗੇਗਾ ਜਿਹੜੇ ਬਾਬਾ ਲਹਿਣਾ ਜੀ ਹਨ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦਾ ਪਹਿਲਾ ਨਾਮ ਕੀ ਹੈ? ਬਾਬਾ ਲਹਿਣਾ ਜੀ। ਇਹ ਪਹਿਲਾਂ ਦੇਵੀ ਦੇਵਤਿਆਂ ਦੇ ਉਪਾਸ਼ਕ ਹਨ। ਵਿਚਾਰ ਨੂੰ ਮੈਂ ਦੁਬਾਰਾ ਰਿਪੀਟ ਕਰ ਦਵਾਂ, ਪਹਿਲਾਂ ਇਹ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਹਨ, ਯਾਤਰਾਵਾਂ ਕਰਨ ਵਾਲੇ ਹਨ। ਪਰ ਇੱਕ ਦਿਨ ਇਹਨਾਂ ਦੇ ਕੰਨਾਂ ਨੇ ਕੁਝ ਸੁਣਿਆ ਤੇ ਉਹ ਸੁਣਿਆ ਕੀ ਹੈ? ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਜਿਵੇਂ ਤੁਸੀਂ ਦਾਸ ਤੋਂ ਪਹਿਲਾਂ ਕੀਰਤਨ ਦੇ ਰੂਪ ਦੇ ਵਜੋਂ ਬਾਣੀ ਨੂੰ ਸ਼ਰਵਣ ਕੀਤਾ। ਇੱਕ ਸਿੱਖ ਜਿਹਦਾ ਨਾਮ ਹੈ ਭਾਈ ਜੋਧ, ਉਹਦੀ ਮੁਖਾਰਬਿੰਦ ਰਸਨਾ ਤੋਂ ਬਾਣੀ ਨੂੰ ਸ਼ਰਵਣ ਕੀਤਾ। ਇੱਥੇ ਮੈਂ ਰੁਕ ਕੇ ਇੱਕ ਬਾਤ ਸਾਂਝੀ ਕਰਾਂ, ਜਿਹੜੇ ਗੁਰੂ ਕੇ ਸਿੱਖ ਹਨ ਉਹ ਬਾਣੀ ਦੇ ਨਾਲ ਇੰਨਾ ਜੁੜੇ ਹੋਏ ਸਨ। ਜਿਵੇਂ ਉਹ ਬਾਣੀ ਵਿੱਚ ਪੰਕਤੀ ਆਉਂਦੀ ਹੈ ਨਾ, ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਵੀ ਰਸਤੇ ਤੇ ਤੁਰੇ ਜਾਂਦੇ ਆ ਵੀ ਪ੍ਰਮਾਤਮਾ ਦੀ ਵਡਿਆਈ ਵਿੱਚ ਜੁੜਨਾ। ਸੋ ਗੁਰੂ ਕੇ ਸਿੱਖਾਂ ਦੀ ਅਜਿਹੀ ਵਿਚਾਰ ਧਾਰਾ ਹੈ। ਦਸ ਤੋਂ ਪਹਿਲਾਂ ਭਾਈ ਸਾਹਿਬ ਸ਼ਬਦ ਗਾਇਨ ਕਰ ਰਹੇ ਸੀ, ਉਹਦੀ ਇੱਕ ਪੰਕਤੀ ਸੀ, ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਏ। ਅਨ ਦਿਨ ਦਾ ਮਤਲਬ ਹੈ ਹਰ ਰੋਜ਼। ਜਿਹੜਾ ਗੁਰੂ ਹਰ ਰੋਜ਼ ਪ੍ਰਮਾਤਮਾ ਨਿਰੰਕਾਰ ਦੇ ਨਾਮ ਨੂੰ ਧਿਆਉਂਦਾ ਹੈ, ਤੇ ਉਹ ਗੁਰੂ ਸਾਨੂੰ ਵੀ ਇਹੀ ਮੱਤ, ਇਹੀ ਸਿੱਖਿਆ, ਇਹੀ ਉਪਦੇਸ਼ ਦਿੰਦਾ ਵੀ ਭਾਈ ਤੂੰ ਵੀ ਹਰ ਰੋਜ਼ ਪ੍ਰਮਾਤਮਾ ਦਾ ਨਾਮ ਧਿਆ। ਇਹ ਨਹੀਂ ਵੀ ਹਫ਼ਤਾਵਾਰੀ ਗੁਰਮਤਿ ਸਮਾਗਮ ਦੇ ਅੰਦਰ ਹੀ ਇਹ ਬੜਾ ਇਕੱਠ ਸਾਨੂੰ ਵੇਖਣ ਵਾਸਤੇ ਮਿਲੇ, ਨਹੀਂ, ਬਲਕਿ ਸਾਡੇ ਮਨ ਦੇ ਵਿੱਚ ਗੁਰੂ ਦੇ ਲਈ ਪ੍ਰੇਮ ਹੋਵੇ ਤੇ ਗੁਰੂ ਵਰਗੀ ਵਿਚਾਰਧਾਰਾ ਸਾਡੇ ਜੀਵਨ ਦਾ ਸ਼ਿੰਗਾਰ ਹੋਵੇ, ਆਧਾਰ ਹੋਵੇ। ਜੇ ਗੁਰੂ ਹਰ ਰੋਜ਼ ਪਰਮੇਸ਼ਰ ਦਾ ਨਾਮ ਸਿਮਰ ਰਿਹਾ ਹੈ ਤੇ ਅਸੀਂ ਵੀ ਹਰ ਰੋਜ਼ ਹਰ ਵਕਤ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਹੈ। ਖੈਰ, ਮੈਂ ਗੱਲ ਕਰ ਰਿਹਾ ਸੀ ਵੀ ਉਦੋਂ ਸਿੱਖਾਂ ਦੀ ਵਿਚਾਰਧਾਰਾ ਐਸੀ ਹੈ ਵੀ ਜੇ ਉਹ ਤੁਰੇ ਜਾਂਦੇ ਨੇ ਨਾ, ਤੁਰ ਵੀ ਰਹੇ ਨੇ ਜਾਂ ਕੋਈ ਕੰਮ ਕਰ ਰਹੇ ਨੇ, ਤੇ ਬਾਣੀ ਦੇ ਉਹਨਾਂ ਬਚਨਾਂ ਦੇ ਮੁਤਾਬਕ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹ ਨਾਲ ਨਾਲ ਪਰਮੇਸ਼ਰ ਦਾ ਨਾਮ ਸਿਮਰਦੇ ਨੇ। ਹੁਣ ਇਸੇ ਤਰ੍ਹਾਂ ਭਾਈ ਜੋਧ ਤੁਰਿਆ ਜਾਂਦਾ ਰਸਨਾ ਤੋਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ, ਜਿਹਨੂੰ ਅੰਮ੍ਰਿਤ ਵੇਲੇ ਗੁਰੂ ਘਰਾਂ ਦੇ ਵਿੱਚ ਪੜ੍ਹਿਆ ਜਾਂਦਾ ਹੈ।
ਹੁਣ ਆਸਾ ਕੀ ਵਾਰ ਦੀਆਂ 24 ਪੌੜੀਆਂ ਨੇ। ਪਹਿਲਾਂ ਉਹ ਕੇਵਲ ਪੌੜੀਆਂ ਦਾ ਰੂਪ ਹੋਇਆ ਕਰਦੀ ਸੀ ਬਾਣੀ। ਬਾਅਦ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਹਦੇ ਵਿੱਚ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕਾਂ ਨੂੰ ਦਰਜ ਕੀਤਾ। ਜਿੰਨੀਆਂ ਵੀ ਵਾਰਾਂ ਸਨ ਉਹ ਪਹਿਲਾਂ ਕੇਵਲ ਪੌੜੀਆਂ ਦਾ ਰੂਪ ਹੁੰਦੀਆਂ ਸੀ। ਜਿਵੇਂ ਹੁਣ ਬਸੰਤ ਕੀ ਵਾਰ ਦੀ ਗੱਲ ਕਰਦੇ ਆ, ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇਹ 2 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਸਲ ਸਰੂਪ ਦੇ ਵਿੱਚ ਦਰਜ ਹਨ। ਇਹਨਾਂ ਦੇ ਨਾਲ ਕੋਈ ਸ਼ਲੋਕ ਨਹੀਂ ਦਰਜ। ਬਸੰਤ ਕੀ ਵਾਰ ਦੇ ਵਿੱਚ 3 ਪੌੜੀਆਂ ਤੇ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਜਿਹੜੀ ਰਾਮਕਲੀ ਰਾਗ ਦੇ ਵਿੱਚ ਬਾਬਾ ਸੱਤਾ ਤੇ ਬਲਵੰਡ ਜੀ ਨੇ ਵਾਰ ਉਚਾਰਨ ਕੀਤੀ, ਉਹਦੀਆਂ 8 ਪੌੜੀਆਂ ਨੇ। ਖੈਰ, ਗੁਰੂ ਕਾ ਸਿੱਖ ਭਾਈ ਜੋਧ ਆਸਾ ਕੀ ਵਾਰ ਬਾਣੀ ਦੀ ਪੌੜੀ ਨੰਬਰ 21 ਨੂੰ ਉਹਨੇ ਉਚਾਰਨ ਕੀਤਾ। ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨੇ ਹਾਲੀਐ। ਜਦੋਂ ਸਤਿਗੁਰੂ ਦੀ ਪਾਵਨ ਬਾਣੀ ਦੇ ਇਹ ਵਾਲੇ ਬੋਲਾਂ ਨੂੰ ਪੜ੍ਹਿਆ ਤੇ ਇਹਨਾਂ ਬੋਲਾਂ ਨੂੰ ਸੁਣਿਆ ਬਾਬਾ ਲਹਿਣਾ ਜੀ ਨੇ, ਜਦੋਂ ਕੰਨਾਂ ਦੇ ਨਾਲ ਸ਼ਰਵਣ ਕੀਤਾ ਤੇ ਮਨ ਦੇ ਵਿੱਚ ਵਿਚਾਰ ਪੈਦਾ ਹੋਈ ਵੀ ਇਹ ਬਾਣੀ ਜੋ ਉਪਦੇਸ਼ ਦੇ ਰਹੀ ਹੈ ਵੀ ਜੇ ਆਪਣੇ ਕਰਮਾਂ ਦਾ ਫਲ ਮਨੁੱਖ ਨੂੰ ਭੋਗਣਾ ਪੈਣਾ ਹੈ, ਭਾਵ ਜੇ ਮਨੁੱਖ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਹੈ, ਤੇ ਫਿਰ ਕਿਉਂ ਨਾ ਆਪਾਂ ਚੰਗੇ ਕਰਮ ਕਰੀਏ, ਮਾੜਾ ਕਰਮ ਕਿਉਂ ਕਰੀਏ। ਮੰਦਾ ਮੂਲ ਨਾ ਕੀਚਈ ਤੇ ਲੰਮੀ ਨਦਰ ਨੇ ਹਾਲੀ ਹੈ, ਕਿਛ ਲਾਹੇ ਉੱਪਰ ਘਾਲੀਏ। ਸਾਨੂੰ ਅਸੀਂ ਦੁਨੀਆ ਵਿੱਚ ਆਏ ਆ ਤੇ ਕੋਈ ਲਾਹਾ ਖੱਟਣਾ ਚਾਹੀਦਾ ਹੈ। ਜਦੋਂ ਉਹ ਗੱਲਾਂ ਦਿਮਾਗ ਦੇ ਵਿੱਚ ਵੜ ਗਈਆਂ, ਜਾਂ ਇਦਾਂ ਕਹਿ ਲਈਏ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨਾਂ ਦਾ ਅਸਰ ਉਹਦੇ ਮਨ ਦੇ ਉੱਤੇ ਹੋਇਆ ਤੇ ਭਾਈ ਜੋਧ ਦੇ ਕੋਲ ਬਾਬਾ ਲਹਿਣਾ ਜੀ ਨੇ ਆਉਣਾ ਕੀਤਾ ਤੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਆ ਜਿਹੜਾ ਤੁਸੀਂ ਸ਼ਬਦ ਉਚਾਰਨ ਕੀਤਾ ਇਹ ਕਿਹਨਾਂ ਦਾ ਹੈ, ਇਹ ਕਿਹਨਾਂ ਦੀ ਰਚਨਾ ਹੈ। ਭਾਈ ਜੋਧ ਜੀ ਬਾਣੀ ਨਾਲ ਜੁੜੇ ਹੋਏ, ਉਹਨਾਂ ਨੇ ਆਖਿਆ ਵੀ ਭਾਈ ਇਹ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ। ਆਸਾ ਕੀ ਵਾਰ ਬਾਣੀ ਦੀ ਪੌੜੀ ਨੰਬਰ 21 ਹੈ। ਕੀ ਉਸ ਗੁਰੂ ਨਾਨਕ ਸਾਹਿਬ ਜੀ ਦੇ ਮੈਂ ਦਰਸ਼ਨ ਦੀਦਾਰ ਕਰ ਸਕਦਾ ਹਾਂ? ਜੀ ਹਾਂ, ਉਹ ਗੁਰੂ ਨਾਨਕ ਸਾਡੇ ਗੁਰੂ ਹਨ, ਮੈਂ ਤੁਹਾਨੂੰ ਉਹਨਾਂ ਦੇ ਪਾਸ ਲੈ ਚੱਲਦਾ ਹਾਂ। ਉਸ ਭਾਈ ਜੋਧ ਜੀ ਦੇ ਦੁਆਰਾ ਬਾਣੀ ਦਾ ਸ਼ਬਦ ਸ਼ਰਵਣ ਕਰਕੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਉਂਦੇ ਨੇ ਤੇ ਉਦੋਂ ਇਹਨਾਂ ਦੀ ਉਮਰ ਕਿੰਨੀ ਹੈ? ਕੋਈ 28 ਕੁ ਸਾਲਾਂ ਦੀ, ਕਿਉਂਕਿ 1504 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ, ਪ੍ਰਕਾਸ਼ ਹੁੰਦਾ। ਤੇ ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਤੇ ਉਦੋਂ ਉਮਰ ਹੈ 15, ਉਦੋਂ ਸਨ ਹੈ 1532, ਭਾਵ ਉਮਰ ਕੁਝ 28 ਕੁ ਸਾਲਾਂ ਦੀ ਬਣਦੀ ਹੈ। ਉਸੇ ਹੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ, ਉਹੀ ਕਰਤਾਰਪੁਰ ਵਾਲੇ ਅਸਥਾਨ ਤੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਨੇ ਸਨ 1532 ਦੇ ਵਿੱਚ। ਹੁਣ 1532 ਤੋਂ ਲੈ ਕੇ 1539 ਤੱਕ ਦਾ ਜਿਹੜਾ ਸਮਾਂ ਹੈ 7 ਸਾਲ ਦਾ ਸਮਾਂ। ਇਹਨਾਂ 7 ਸਾਲਾਂ ਦੇ ਦੌਰਾਨ ਇਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਪਾਸ ਰਹਿ ਕੇ ਸੇਵਾ ਕੀਤੀ ਹੈ। ਤੇ ਸੇਵਾ ਕਿਵੇਂ ਕੀਤੀ ਹੈ? ਨਿਰਅਹੰਕਾਰ ਹੋ ਕੇ। ਕਿਉਂਕਿ ਬਾਣੀ ਦੇ ਵਚਨ ਹਨ ਵੀ ਜੇ ਬੰਦਾ ਸੇਵਾ ਕਰ ਰਿਹਾ ਤੇ ਸੇਵਾ ਕਰਦਿਆਂ ਕਰਦਿਆਂ ਉਹਦੇ ਮਨ ਦੇ ਵਿੱਚ ਅਹੰਕਾਰ ਪੈਦਾ ਹੋਵੇ ਕਿ ਮੈਂ ਸੇਵਾ ਕਰ ਰਿਹਾ, ਮੈਂ ਸੇਵਾ ਕੀਤੀ, ਤੇ ਉਹਦੀ ਕੀਤੀ ਹੋਈ ਸੇਵਾ ਵਿਅਰਥ ਚਲੇ ਜਾਂਦੀ ਹੈ। ਜੇ ਕੋਈ ਮਨੁੱਖ ਸਿਮਰਨ ਕਰ ਰਿਹਾ ਤੇ ਸਿਮਰਨ ਕਰਦਿਆਂ ਉਹਦੇ ਮਨ ਦੇ ਵਿੱਚ ਭਾਵਨਾ ਪੈਦਾ ਹੋਵੇ ਕਿ ਮੈਂ ਸਿਮਰਨ ਕਰ ਰਿਹਾ, ਮੈਂ ਬੰਦਗੀ ਕਰ ਰਿਹਾ, ਤੇ ਉਹਦਾ ਕੀਤਾ ਹੋਇਆ ਸਿਮਰਨ ਵਿਅਰਥ ਚਲੇ ਜਾਂਦਾ ਹੈ। ਤੁਹਾਡੇ ਵਿੱਚੋਂ ਜਿਹੜੇ ਸਰੀਰ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ, ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਤੋਂ ਪਹਿਲਾਂ ਜਿਨ੍ਹਾਂ ਨੇ ਬਾਹਰੋਂ ਹੁਕਮਨਾਮੇ ਨੂੰ ਪੜ੍ਹਿਆ, ਉਹਦੇ ਵਿੱਚ ਤੁਸੀਂ ਵੇਖੋ ਮੇਰੇ ਮਾਲਕ ਨੇ ਅਹੰਕਾਰ ਦੀ ਗੱਲ ਕੀਤੀ ਹੈ। ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਉਹਦੇ ਵਿੱਚ ਇੱਕ ਪੰਗਤੀ ਹੈ, ਕਹਿੰਦੇ ਬ੍ਰਹਮਾ ਬੇਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਐ ਤਿਸੇ ਨਾ ਚੇਤੈ ਬਪੜੇ ਹਰ ਗੁਰਮੁਖ ਸੋਝੀ ਪਾਈ। ਹੁਣ ਉੱਥੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਵੀ ਸੰਸਾਰ ਦੇ ਵਿੱਚ ਅਹੰਕਾਰ ਨੇ ਸਾਰਿਆਂ ਦੇ ਉੱਤੇ ਆਪਣਾ ਪ੍ਰਭਾਵ ਪਾਇਆ। ਕਿਸੇ ਦੇ ਕੋਲ ਦੌਲਤ ਹੈ, ਉਹ ਕਹਿੰਦਾ ਭਾਈ ਮੇਰੇ ਕੋਲ ਦੌਲਤ ਬੜੀ, ਉਹਨੂੰ ਇਸ ਗੱਲ ਦਾ ਅਹੰਕਾਰ ਹੈ। ਕਿਸੇ ਨੂੰ ਅਕਾਲ ਪੁਰਖ ਨੇ ਸੁੰਦਰ ਰੂਪ ਦਿੱਤਾ, ਉਹ ਕਹਿੰਦਾ ਭਾਈ ਮੇਰਾ ਜਿਹੜਾ ਅਰੂਪ ਹੈ ਬੜਾ ਮੈਂ ਸੋਹਣਾ ਵਾਂ, ਬੜਾ ਸੁੰਦਰ, ਉਹਨੂੰ ਇਸ ਗੱਲ ਦਾ ਅਹੰਕਾਰ ਹੈ। ਕਿਸੇ ਨੂੰ ਆਪਣੀ ਵਿਦਵਤਾ ਦਾ ਅਹੰਕਾਰ ਹੈ। ਜਿਹੜਾ ਅਹੰਕਾਰ ਹੈ ਨਾ, ਇਹ ਚੰਗੇ ਕਰਮ ਕਰਕੇ ਪੈਦਾ ਹੁੰਦਾ ਹੈ।
ਜਿਵੇਂ ਹੁਣ ਸੇਵਾ ਕਰਨਾ ਚੰਗਾ ਕਰਮ ਹੈ, ਸਿਮਰਨ ਕਰਨਾ ਚੰਗਾ ਕਰਮ ਹੈ, ਪਰ ਇਹ ਕਰਕੇ ਵੀ ਅਹੰਕਾਰ ਪੈਦਾ ਹੋ ਜਾਂਦਾ ਹੈ। ਹਾਲਾਂਕਿ ਉਲਟ ਚਾਹੀਦਾ ਸੀ, ਸੇਵਾ ਕਰਕੇ ਸਿਮਰਨ ਕਰਕੇ ਮਨੁੱਖ ਦੇ ਜੀਵਨ ਵਿੱਚੋਂ ਅਹੰਕਾਰ ਖਤਮ ਹੁੰਦਾ, ਪਰ ਸੇਵਾ ਤੇ ਸਿਮਰਨ ਦਾ ਹੀ ਅਹੰਕਾਰ ਹੋ ਗਿਆ। ਜਿਵੇਂ ਮੈਂ ਕਈ ਵਾਰ ਜ਼ਿਕਰ ਕਰਦਾ ਹਾਂ ਵੀ ਬਾਣੀ ਪੜ੍ਹ ਕੇ ਜੀਵਨ ਵਿੱਚੋਂ ਹੰਕਾਰ ਨੂੰ ਖਤਮ ਕਰਨਾ ਸੀ, ਪਰ ਬਾਣੀ ਪੜ੍ਹਨ ਦਾ ਹੀ ਅਹੰਕਾਰ ਹੋ ਗਿਆ ਵੀ ਮੇਰੇ ਵਰਗੀ ਕੋਈ ਬਾਣੀ ਨਹੀਂ ਪੜ੍ਹ ਸਕਦਾ। ਮੈਂ ਤੇ ਬਾਣੀ ਬੜੀ ਲੈਅ 'ਚ ਪੜ੍ਹਦਾ ਵਾਂ, ਬੜੀ ਮਿਠਾਸ ਦੇ ਨਾਲ ਪੜ੍ਹਦਾ ਵਾਂ, ਬੜਾ ਵਿਸ਼ਰਾਮ ਦੇ ਕੇ ਧਿਆਨ ਦੇ ਕੇ ਬਾਣੀ, ਇਸ ਗੱਲ ਦਾ ਅਹੰਕਾਰ ਹੋ ਗਿਆ। ਸੋ ਉਹ ਪੰਕਤੀ ਮੈਂ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਬ੍ਰਹਮਾ ਜਿਹਨੂੰ ਦੁਨੀਆ ਨੇ ਮੰਨਿਆ ਵੀ ਇਹ ਸੰਸਾਰ ਨੂੰ ਬਣਾਉਣ ਵਾਲਾ ਹੈ, ਸਨਾਤਨ ਮਤ ਵਾਲਿਆਂ ਨੇ, ਵਿਸ਼ਨ ਤੋਂ ਭਾਵ ਵਿਸ਼ਨੂੰ ਜੀ ਦੁਨੀਆ ਨੂੰ ਰਿਜ਼ਕ ਦੇਣ ਵਾਲੇ, ਇਹ ਸਨਾਤਨ ਮਤ ਦੀ ਵਿਚਾਰਧਾਰਾ ਹੈ। ਮਹਾਦੇਵ ਦੁਨੀਆ ਦਾ ਅੰਤ ਕਰਨ ਵਾਲੇ, ਇਹ ਵਿਚਾਰਧਾਰਾ ਵੀ ਉਹਨਾਂ ਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਦੇਵਤੇ ਜਿਨ੍ਹਾਂ ਦੀ ਲੋਕਾਂ ਦੇ ਵੱਲੋਂ ਪੂਜਾ ਕੀਤੀ ਗਈ, ਜਦੋਂ ਇਹਨਾਂ ਦਾ ਤੁਸੀਂ ਜੀਵਨ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਵੀ ਇਹਨਾਂ ਦੇ ਜੀਵਨ ਵਿੱਚ ਵੀ ਅਹੰਕਾਰ ਹੈ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹੋਮੈ ਕਾਰ ਕਮਾਈ ਜਿਨ ਕੀਏ। ਜਿਸ ਪ੍ਰਮਾਤਮਾ ਨੇ ਇਹਨਾਂ ਨੂੰ ਬਣਾਇਆ ਸੀ, ਪੈਦਾ ਕੀਤਾ ਸੀ, ਤਿਸੈ ਨਾ ਚੇਤੈ ਬਪੜੇ, ਉਹ ਉਸ ਪ੍ਰਮਾਤਮਾ ਨੂੰ ਚੇਤਾ ਹੀ ਨਹੀਂ ਕੀਤਾ, ਸਿਮਰਿਆ ਹੀ ਨਹੀਂ। ਹਰ ਗੁਰਮੁਖ ਸੋਝੀ ਪਾਈ। ਤੇ ਗੁਰਬਾਣੀ ਕੀ ਆਖਦੀ ਹੈ? ਗੁਰਬਾਣੀ ਸਾਨੂੰ ਇਹ ਗੱਲ ਆਖਦੀ, ਸਤਿਗੁਰੂ ਦੀ ਬਾਣੀ ਦੀ ਇੱਕ ਇੱਕ ਪੰਕਤੀ ਮਨੁੱਖ ਨੂੰ ਇਹ ਗੱਲ ਸਮਝਾਉਂਦੀ ਕਿ ਬੰਦਿਆ, ਬੰਦੇ ਨਾਲ ਨਹੀਂ ਜੁੜਨਾ, ਕਿਸੇ ਸਰੀਰ ਨਾਲ ਨਹੀਂ ਜੁੜਨਾ, ਕਿਸੇ ਦੇਵਤੇ ਨਾਲ ਨਹੀਂ ਜੁੜਨਾ, ਬਸ ਅਕਾਲ ਪੁਰਖ ਦੇ ਨਾਲ, ਜੋ ਉਹੀ ਸਾਰਿਆਂ ਤੋਂ ਵੱਡਾ ਦੇਵਤਾ ਹੈ, ਉਸ ਤੋਂ ਵੱਡਾ ਕੋਈ ਨਹੀਂ। ਹੁਣ ਗੱਲ ਕਰ ਰਹੀ ਸੀ ਬਾਬਾ ਲਹਿਣਾ ਜੀ ਦੀ। ਸਨ 1532 ਦੇ ਵਿੱਚ ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਬੈਠ ਕੇ ਬਾਣੀ ਦੀ ਵਿਚਾਰ ਨੂੰ ਪੜ੍ਹਿਆ, ਭਗਤਾਂ ਦੀ ਬਾਣੀ ਨੂੰ ਪੜ੍ਹਿਆ, ਉਸ ਬਾਣੀ ਨੂੰ ਫਿਰ ਕੇਵਲ ਪੜ੍ਹਿਆ ਨਹੀਂ, ਕੇਵਲ ਸੁਣਿਆ ਨਹੀਂ, ਬਲਕਿ ਮਨ ਦੇ ਵਿੱਚ ਵਸਾ ਲਿਆ, ਆਪਣੇ ਜੀਵਨ ਵਿੱਚੋਂ ਅਹੰਕਾਰ ਦੂਰ ਕੀਤਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਨੋਟ ਕਰਨ ਵਾਲੀ, ਜੇ ਆਪਾਂ ਸਤਿਗੁਰੂ ਪਾਤਸ਼ਾਹ ਜੀ ਦਾ ਪੁਰਬ ਮਨਾ ਰਹੇ ਹਾਂ, ਉਹ ਇਹ ਹੈ ਵੀ ਫਿਰ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕੀਤੀ। ਕਿਉਂਕਿ ਜਦੋਂ ਭਗਤ ਕਬੀਰ ਜੀ ਦੀ ਬਾਣੀ ਨੂੰ ਪੜ੍ਹਿਆ ਹੋਵੇਗਾ ਤੇ ਉਦੋਂ ਪੰਕਤੀ ਸਾਹਮਣੇ ਆਈ ਹੋਵੇਗੀ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ, ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਮੂਲ ਮੰਤਰ ਦੇ ਵਿੱਚ ਪ੍ਰਮਾਤਮਾ ਦੇ ਗੁਣਾਂ ਨੂੰ ਪੜ੍ਹਿਆ। ਸੋ ਉਹਨਾਂ ਨੇ ਇੱਕ ਅਕਾਲ ਪੁਰਖ ਦਾ ਸਿਮਰਨ ਕੀਤਾ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਰਹਿ ਕੇ ਸੇਵਾ ਕੀਤੀ। ਕਿੰਨਾ ਸਮਾਂ? 1532 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਰਹਿ ਕੇ ਸੇਵਾ ਕੀਤੀ। ਫਿਰ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਹਨ ਕਰਤਾਰਪੁਰ ਸਾਹਿਬ ਦੇ ਵਿੱਚ। ਕਰਤਾਰਪੁਰ ਸਾਹਿਬ ਦੋ ਨੇ, ਇੱਕ ਪਾਕਿਸਤਾਨ ਦੇ ਵਿੱਚ ਹੈ ਤੇ ਇੱਕ ਜਿਹੜਾ ਜਲੰਧਰ ਦੇ ਨੇੜੇ ਹੈ। ਜਿਹੜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਆ, ਉਹਦੀ ਗੱਲ ਹੋ ਰਹੀ ਹੈ। ਕਵੀ ਸੰਤੋਖ ਸਿੰਘ ਜੀ ਨੂੰ ਪੜ੍ਹ ਕੇ ਵੇਖੋ, ਚੂੜਾਮਣੀ ਨੂੰ, ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਵਿੱਚ ਕਰਤਾਰਪੁਰੇ ਜਗਰਾਈ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ, ਕਰਤਾਰਪੁਰ ਸਾਹਿਬ ਦੀ ਗੱਲ। ਵਿੱਚ ਕਰਤਾਰਪੁਰੇ ਜਗਰਾਈ, ਸ਼੍ਰੀ ਅੰਗਦ ਕੋ ਦੀਨ ਵਡਾਈ, ਆਪਨ ਕੀਨ ਸੱਚ ਖੰਡ ਪਿਆਨਾ, ਜੋਤ ਰੂਪ ਬਿਬ ਤਨ ਪਲਟਾਨਾ। ਜਿਉ ਅਧ ਪਤ ਇੱਕ ਕੋਸ਼ਿਸ਼ ਤਜ ਕੈ, ਬੈਸੈ ਸਭਾ ਦੁਤੀਆ ਤਨ ਸਜ ਕੈ, ਇਉ ਖੰਡੂਰ ਮਹਿ ਆਨ ਬਿਰਾਜੇ, ਜਿਨ ਸਿਮਰਨ ਕਲ ਕਲ ਮਲ ਭਾਜੇ। ਗੱਲ ਹੋ ਰਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ 1539 ਦੇ ਵਿੱਚ ਜੋਤੀ ਜੋਤ ਸਮਾਉਣ ਲੱਗੇ ਆ, ਆਪਣੀ ਜੋਤ ਬਾਬਾ ਲਹਿਣਾ ਜੀ ਦੇ ਸਰੀਰ ਦੇ ਵਿੱਚ ਟਿਕਾ ਦਿੱਤੀ ਹੈ। ਸਿਰਫ ਕਹਿੰਦੇ ਸਰੀਰ ਬਦਲਿਆ, ਵਿਚਾਰ ਧਾਰਾ ਨਹੀਂ ਬਦਲੀ। ਪਰ ਦ੍ਰਿਸ਼ਟਾਂਤ ਦੇਖੋ ਕਿੰਨਾ ਪਿਆਰਾ ਦਿੱਤਾ, ਜਿਉ ਅਧ ਪਤ ਇੱਕ ਕੋਸ਼ਿਸ਼ ਤਜ ਕੈ। ਜਿਵੇਂ ਕੋਈ ਰਾਜਾ ਹੋਵੇ, ਉਹ ਆਪਣੀ ਪੁਸ਼ਾਕ ਆਪਣੇ ਤਨ ਦੇ ਉੱਤੇ ਪਹਿਨਿਆ ਹੋਇਆ ਲਿਬਾਸ ਬਦਲ ਕੇ ਦੂਸਰਾ ਲਿਬਾਸ ਧਾਰਨ ਕਰ ਲੈਂਦਾ। ਕਹਿੰਦੇ ਰਾਜਾ ਉਹੀ ਰਹਿੰਦਾ, ਸਿਰਫ ਉਹਦੀ ਪੁਸ਼ਾਕ ਬਦਲਦੀ ਹੈ। ਇਸੇ ਤਰ੍ਹਾਂ ਉਹ ਪੁਸ਼ਾਕ ਸਰੀਰ ਰੂਪੀ ਕੱਪੜਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਰੀਰ ਨੂੰ ਕੱਪੜਾ ਆਖਿਆ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਸਿਰਫ ਕੱਪੜਾ ਬਦਲਿਆ, ਜੋਤ ਉਹੀ ਹੈ, ਵਿਚਾਰਧਾਰਾ ਉਹੀ ਹੈ।
ਜਿਉ ਅਦ ਪਤ ਇੱਕ ਕੋਸ਼ਿਸ਼ ਤਜ ਕੈ ਬੈਸੈ ਸਭਾ ਦੁਤੀਆ ਤਨ ਸਜ ਕੈ ਤਿਉ ਖੰਡੂਰ ਮਹਿ ਆਨ ਬਿਰਾਜੇ। ਫਿਰ ਉਹ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਦੀ ਧਰਤੀ ਤੇ ਆ ਗਏ। ਇਸੀ ਕਵੀ ਸੰਤੋਖ ਸਿੰਘ ਚੂੜਾਮਣੀ ਦੀ ਲਿਖਤ ਜਿਹੜੀ ਉਹਨਾਂ ਨੇ ਸੂਰਜ ਪ੍ਰਕਾਸ਼ ਨਾਮੀ ਗ੍ਰੰਥ ਦੇ ਵਿੱਚ ਦਰਜ ਕੀਤੀ ਹੈ। ਹੁਣ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੋਗੇ ਤੇ ਬਾਣੀ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਬਾਬਾ ਸੱਤਾ ਤੇ ਬਲਵੰਡ ਜੀ ਦੀ ਵਾਰ, ਜਿਹਦੀਆਂ 8 ਪੌੜੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੁੱਲ 22 ਵਾਰਾਂ ਹਨ। ਆਪ ਜੀ ਦੀ ਜਾਣਕਾਰੀ ਲਈ ਗੱਲ ਸਾਂਝੀ ਕਰਾਂ, ਉਹਨਾਂ 22 ਵਾਰਾਂ ਦੇ ਵਿੱਚੋਂ ਦੀ ਜਿਹੜੀਆਂ 21 ਵਾਰਾਂ ਨੇ 21, ਉਹ ਗੁਰੂ ਸਾਹਿਬ ਜੀ ਦੇ ਨਾਲ ਸੰਬੰਧ ਰੱਖਦੀਆਂ ਨੇ। ਭਾਵ ਉਹਨਾਂ ਦੇ ਉਚਾਰਨ ਕਰਤਾ ਗੁਰੂ ਪਾਤਸ਼ਾਹ ਹਨ। ਜਿਹੜੀ ਇੱਕੋ ਵਾਰ ਹੈ ਬਾਬਾ ਸੱਤਾ ਤੇ ਬਲਵੰਡ ਜੀ, ਉਹ ਉਹਨਾਂ ਨੇ ਉਚਾਰਨ ਕੀਤੀ ਹੈ ਰਾਮਕਲੀ ਰਾਗ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 967 ਦੇ ਉੱਤੇ ਦਰਜ ਹੈ। ਉਹਦੀਆਂ 8 ਪੌੜੀਆਂ ਤੇ ਉਹਦੀਆਂ ਜਿਹੜੀਆਂ ਪਹਿਲੀਆਂ 5 ਪੌੜੀਆਂ ਨੇ, ਉਹਨਾਂ ਦੇ ਉਚਾਰਨ ਕਰਤਾ ਬਾਬਾ ਬਲਵੰਡ ਜੀ ਹਨ। ਜਿਹੜੀਆਂ ਤੀਸਰੀਆਂ ਅਖੀਰ ਵਾਲੀਆਂ ਪੌੜੀਆਂ, ਉਹਨਾਂ ਦੇ ਉਚਾਰਨ ਕਰਤਾ ਬਾਬਾ ਸੱਤਾ ਜੀ ਹਨ। ਹੁਣ ਪਹਿਲੀਆਂ 5 ਪੌੜੀਆਂ ਪੜ੍ਹੋਗੇ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਿਹੜੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਹਨ, ਉਹਨਾਂ ਦਾ ਇਤਿਹਾਸ ਪੜ੍ਹਨ ਵਾਸਤੇ ਮਿਲੇਗਾ। ਮੈਂ ਜ਼ਿਕਰ ਕਰ ਦਵਾਂ ਵੀ ਜਿਹੜਾ ਇਤਿਹਾਸ ਹੈ ਉਹਨੂੰ ਭਾਈ ਗੁਰਦਾਸ ਜੀ ਨੇ ਵੀ ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ ਤੇ ਉਦਾਂ ਵੀ ਅਸੀਂ ਕਿਤਾਬਾਂ ਦੇ ਦੁਆਰਾ ਇਤਿਹਾਸ ਪੜ੍ਹਦੇ ਆ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਇਤਿਹਾਸ ਹੈ। ਕਈ ਸ਼ਬਦ ਜਿਹੜੇ ਇਤਿਹਾਸਿਕ ਸ਼ਬਦ ਹਨ, ਜਿਨ੍ਹਾਂ ਦਾ ਇਤਿਹਾਸ ਦੇ ਨਾਲ ਸੰਬੰਧ ਹੈ। ਹੁਣ ਬਾਬਾ ਸੱਤਾ ਤੇ ਬਲਵੰਡ ਜੀ ਦੀ ਜਦੋਂ ਉਹ ਵਾਰ ਪੜ੍ਹੋਗੇ ਤੇ ਉਹਦੇ ਵਿੱਚ ਦੂਸਰੀ ਪਾਵਨ ਪੌੜੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਨਾਨਕ, ਜਿਹੜੇ ਗੁਰੂ ਨਾਨਕ ਸਾਹਿਬ ਜੀ ਹਨ, ਉਹਨਾਂ ਨੇ ਕੀ ਕੀਤਾ? ਨਾਨਕ ਕਾਇਆ ਪਲਟ ਕੈ ਮੂਰ, ਨਾਨਕ ਕਾਇਆ ਪਲਟ ਕੈ ਮਲ ਤਖਤ ਬੈਠਾ ਸੈ ਡਾਲੀ। ਵੀ ਗੁਰੂ ਨਾਨਕ ਸਾਹਿਬ ਨੇ ਸਿਰਫ ਤੇ ਸਿਰਫ ਆਪਣੀ ਕਾਇਆ ਬਦਲੀ ਹੈ, ਭਾਵ ਸਰੀਰ ਬਦਲਿਆ, ਵਿਚਾਰਧਾਰਾ ਉਹੀ ਹੈ। ਭਾਵ ਬਾਣੀ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ, ਜੋ ਦੋਹਾ ਜੁਗਤ ਸਾਏ ਸ਼ਹਿ ਕਾਇਆ ਫਿਰ ਪਲਟੀ ਹੈ। ਸਿਰਫ ਤੇ ਸਿਰਫ ਸਰੀਰ ਬਦਲਿਆ, ਵਿਚਾਰਧਾਰਾ ਉਹੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਤੇ ਦੇਖੋ ਜਦੋਂ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ ਬਾਬਾ ਬਲਵੰਡ ਜੀ ਨੇ ਲਿਖਣਾ ਕੀਤਾ ਤੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦਾ ਵੀ ਜ਼ਿਕਰ ਕੀਤਾ। ਮਾਤਾ ਖੀਵੀ ਜਿਹੜੇ ਰਿਸ਼ਤੇ ਵਜੋਂ ਇਹਨਾਂ ਦੇ ਧਰਮ ਪਤਨੀ ਹਨ, ਉਹਨਾਂ ਦਾ ਵੀ ਜ਼ਿਕਰ ਕੀਤਾ। ਅਤੇ ਜਿਹੜੇ ਇਹਨਾਂ ਦੇ ਪਿਤਾ ਹਨ ਬਾਬਾ ਫੇਰੂਮੱਲ ਜੀ, ਉਹਨਾਂ ਦਾ ਵੀ ਜ਼ਿਕਰ ਕੀਤਾ। ਮਤਲਬ ਕਿ ਬਾਬਾ ਫੇਰੂਮੱਲ ਪਿਤਾ ਜਿਹੜੇ ਹਨ, ਉਹਨਾਂ ਦਾ ਵੀ ਜ਼ਿਕਰ ਹੋਇਆ ਉੱਥੇ। ਜਿਹੜਾ ਧਰਮੀ ਪੁਰਖ ਹੁੰਦਾ ਨਾ, ਇਬਾਦਤ ਕਰਨ ਵਾਲਾ, ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਫਿਰ ਕੇਵਲ ਤੇ ਕੇਵਲ ਉਹਨੂੰ ਹੀ ਧਨ ਨਹੀਂ ਆਖਿਆ ਜਾਂਦਾ। ਜਿਵੇਂ ਕਿਸੇ ਘਰ ਦੇ ਵਿੱਚ ਕਿਸੇ ਬੰਦਗੀ ਕਰਨ ਵਾਲੇ ਦਾ ਜਨਮ ਹੋਇਆ, ਹੁਣ ਫਿਰ ਕੇਵਲ ਉਹਨੂੰ ਹੀ ਧਨ ਨਹੀਂ ਆਖਿਆ ਜਾਂਦਾ, ਉਹਨੂੰ ਜਿਹੜੀ ਜਨਮ ਦੇਣ ਵਾਲੀ ਹੈ ਉਹਦੀ ਮਾਂ, ਉਹਦੇ ਅੱਗੇ ਵੀ ਸੀਸ ਨਿਵਦਾ ਵੀ ਤੂੰ ਵੀ ਧਨਤਾ ਦੇ ਯੋਗ ਹੈ। ਉਹਦਾ ਪਿਤਾ ਹੁੰਦਾ ਹੈ, ਉਹਦੇ ਅੱਗੇ ਵੀ ਸੀਸ ਨਿਵਦਾ ਵੀ ਭਾਈ ਤੁਸੀਂ ਵੀ ਧਨਤਾ ਦੇ ਯੋਗ ਹੋ। ਹੁਣ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਦੇ ਆ ਤੇ ਇਕੱਲਾ ਅਸੀਂ ਗੁਰੂ ਨਾਨਕ ਸਾਹਿਬ ਨੂੰ ਚੇਤੇ ਨਹੀਂ ਕਰਦੇ। ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਚੱਲਦੀ ਹੈ, ਫਿਰ ਉਹਨਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਦੀ ਵੀ ਗੱਲ ਤੁਰਦੀ ਹੈ, ਫਿਰ ਉਹਨਾਂ ਦੀ ਮਾਤਾ ਤ੍ਰਿਪਤਾ ਦੇਵੀ ਜੀ ਦੀ ਗੱਲ ਵੀ ਤੁਰਦੀ ਹੈ, ਭੈਣ ਬੇਬੇ ਨਾਨਕੀ ਦੀ ਗੱਲ ਵੀ ਤੁਰਦੀ ਹੈ। ਇਸ ਤਰੀਕੇ ਦੇ ਨਾਲ ਹੁਣ ਬਾਬਾ ਫੇਰੂਮੱਲ ਇਹਨਾਂ ਦੇ ਪਿਤਾ ਹਨ ਤੇ ਉਹਨਾਂ ਦਾ ਜ਼ਿਕਰ ਵੀ ਉਹਨਾਂ ਨੇ ਪੌੜੀ ਨੰਬਰ 5 ਦੇ ਵਿੱਚ ਕੀਤਾ। ਫੇਰ ਵਸਾਇਆ ਫੇਰੂਆਣ ਸਤਿਗੁਰ ਖਾਡੂਰ। ਫੇਰੂਆਣ ਤੋਂ ਬਾਬਾ ਫੇਰੂਮੱਲ ਜੀ ਦੇ ਪੁੱਤਰ, ਉਹਨਾਂ ਦਾ ਜ਼ਿਕਰ ਵੀ ਹੋਇਆ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹਾਥ ਨ ਲੱਭੀ ਤੂੰ ਉਹ ਠਰੂਰ। ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਕਿਹਦੀ ਗੱਲ ਹੋਈ? ਬਾਬਾ ਲਹਿਣਾ ਭਾਵ ਗੁਰੂ ਅੰਗਦ ਸਾਹਿਬ ਜੀ ਦੀ। ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਰਹਿ ਕੇ ਪ੍ਰਾਪਤ ਕੀ ਕੀਤਾ? ਆਪਣੇ ਜੀਵਨ ਦੇ ਵਿੱਚ ਜਪ ਤਪ ਸੰਜਮ ਪੈਦਾ ਕੀਤਾ, ਆਪਣੇ ਜੀਵਨ ਦੇ ਵਿੱਚ ਜਿਹੜੇ ਹਨ ਗੁਣ ਪੈਦਾ ਕੀਤੇ। ਤੇ ਕਮਾਲ ਦੀ ਗੱਲ ਹੈ, ਇਹ ਨਹੀਂ ਵੀ ਸਿਰਫ ਆਪਣੇ ਜੀਵਨ ਦੇ ਵਿੱਚ ਗੁਣ ਪੈਦਾ ਕੀਤੇ, ਵੀ ਆਪਣੇ ਆਪ ਨੂੰ ਬੰਦਗੀ ਵਾਲੇ ਪਾਸੇ ਤੋਰਿਆ ਨਹੀਂ, ਬਲਕਿ ਸਾਰੇ ਪਰਿਵਾਰ ਨੂੰ
देखो ना, 10 गल कर रहा सी भी पहला देवी देवतियां दे उपासक सी, देवी देवतियां नूं मनण वाले, तीर्थां दे उत्ते जाके यात्रावां करन वाले। पर जदों गुरु नानक साहब दे दर ते आए, एक दे पुजारी होए, सिमरन करन लगे, सेवा दे विच जुड़न लगे। फिर जिहड़ी इन्हां दी पत्नी है, धर्म पत्नी माता खीवी जी, उन्हां ने भी देखो फिर नाल साथ दिता। वो भी गुरु नानक साहब जी दी बाणी नाल जुड़े। भाव गुरु अंगद जी ने आप जिथे बाणी नाल जुड़ना कीता, उत्थे अपनी पत्नी नूं बाणी नाल जोड़िया सब तो पहला। फिर वो बाणी नाल जुड़ी, सिमरन नाल जुड़ी, सेवा दे नाल जुड़ी। हुण ओहदा भी गुरु ग्रंथ साहिब दी बाणी विच जिक्र होया। सिर्फ इको ही औरत इस्त्री का गुरु ग्रंथ साहिब की बाणी विच जिक्र है। वो किहदा है? गुरु अंगद साहिब जी की धर्म पत्नी माता खीवी जी का। बलवंड खीवी नेक जन, पैर दे विच बिंदी लगा के उचारण करांगे। जे जन उचारण कीता ते फिर ओहदे अर्थ हो जाते हैं सेवक। जन का मतलब है औरत, जनाना शब्द इत्थों बने है। बलवंड खीवी नेक जन जिस बहुत ही छां पतराली। बलवंड जी ने जिक्र किया माता खीवी जी का। करदे की हन? लंगर दौलत वंडी है, रस अमृत खीर क्याली। कहते जे गुरु अंगद साहब गुरु दरबार दे विच लंगर चलै, गुरु शब्द हर टोट न आवी खट्टी है। जे गुरु दे शब्द दी विचार धारा दा लंगर वंड रहे ने, ते उन्हां दी धर्म पत्नी जिहड़े माता खीवी जी हन, वो दुनियावी सिख संगतां वास्ते लंगर तैयार करके दुनियावी प्रशादा उन्हां नूं छकारे बड़ी भावना दे नाल, शरधा दे नाल सेवा दे विच जुड़े होए ने। फिर अखीर दे विच जिक्र कीता, कहंदे माता खीवी सो सोए जिन गोए उठाली। इको ही पंक्ति दे, इको ही पौड़ी दे विच 2 वार जिक्र होया। सो बाबा फेरूमल जी का जिक्र होया, जिहड़े इन्हां दे पिता हन। माता खीवी जी का जिक्र होया, ते इन्हां दा जिक्र गुरु ग्रंथ साहिब दी बाणी दे विच होना कीता। सो धर्मी पुरख ऐदा गुरु दी विचार धारा दे नाल जुड़ के उस सदा वास्ते अमर हो जाता है। इस करके मेरे मालिक पातशाह जी सानू सुनेहा दे रहे, भाई बंदिया तू आप बाणी दे नाल जुड़। जिथे तू आप बाणी नाल जुड़दा है, उत्थे अपने परिवार नूं बाणी नाल जोड़, अपने बच्चियां नूं बाणी नाल जोड़। फिर जे आपां अगे गल करदे आ इन्हां दे बच्चियां दी, इन्हां दी संतान दी, कि 2 पुत्रियां ने। एक दा नाम है बीबी अमरो जी, दूसरी का नाम है बीबी अनोखी जी। ते पुत्रां दे विचों बाबा दातू जी ते बाबा दासू दी 4 इन्हां दे धीआं पुत्र हन। सो बीबी अमरो जी का जदों तुसीं इतिहास पढ़ोगे तुहानूं पता लगदा है फिर गुरु अंगद साहिब पातशाह जी दे दरबार दे विच बाबा अमरदास जी किवें आए। जिवें आपां बाबा लहणा भाव गुरु अंगद साहिब जी की गल कीती, भी उन्हां ने गुरु नानक साहिब दे कोल किवें आउणा कीता? भाई जोध जी दे द्वारा। ते जिहड़े गुरु अमरदास पातशाह जी हन, उन्हां ने किवें आउणा कीता? क्योंकि बीबी अमरो जदों विआह के अपने सहुरे घर विच गई है, अमृत वेले उठ के वो बाणी पढ़दी है। उहदे द्वारा पढ़े हुए गुरु नानक साहिब जी दे शब्दां नूं बाबा अमरदास जी ने अपने कन्नां दे नाल सुणिया, ते मन दे विच तांग पैदा होई भी मैं उस गुरु दे दर्शन दीदार करां। ते गुरु नानक साहिब जी की थां दे उत्ते उस वक्त गुरु अंगद साहिब जी विराजमान हन। फिर बीबी अमरो उस बाबा अमरदास जी नूं गुरु अंगद साहिब जी दे कोल अपने पिता दे कोल लैके आउंदी है। मतलब अपनी पत्नी नूं भी जोड़िया, अगां अपने बच्चिआं नूं भी बाणी नाल जोड़िया। हुण सतगुरु दा जीवन सानूं किन्ना वड्डा एक सुनेहा दिंदा, भाई आप ही कल्ला बाणी दे नाल ना जुड़, आप ही तू बाणी दे नाल नहीं जुड़ना, बल्कि अपने धीआं पुत्रां नूं, अपने बच्चिआं नूं तू बाणी दे नाल जोड़ना है। कल एक विद्वान पुरख दे नाल मेरी गलबात हो रही सी। जदों वो विद्वान पुरख मेरे सन्मुख बैठा ते गल चली भी जिहड़े अज दे बच्चे हन, इन्हां दा जिहड़ा माइंड है, दिमाग जिहड़ा बड़ा शार्प है। भी अज दे बच्चिआं नूं एंड्रॉयड फोन असीं बाजारों लैके आईए, चाहे वो किसी भी कंपनी का होवे, MI का होवे, सैमसंग का होवे, ओप्पो का होवे, वीवो का, एप्पल की गल करते हैं, आईफोन, कोई भी किसी भी कंपनी का होवे, वो बच्चे दे अगे आपां रख दिंदे आ जदों, ते बच्चा झट उन्होंने खोल के अनलॉक करके यूट्यूब कित्थे। हुण बच्चे नूं इन्ना साइन पता भी ये रैड जे कलर का है, इनू क्लिक करना है तो ये कार्टून निकलणगे, वो कार्टून मैं देखने, वो अपने आप तुसीं उहनूं बस फोन पकड़ाउणा है, वो अपने आप उहदे विचों दी सारा कुछ कढ़ लैंदा है।
मैं ਉਹਦੇ ਨਾਲ ਆਖਿਆ ਵੀ ਮੈਂ ਕਿਹਾ ਵੀ ਜਿਹੜੇ ਅੱਜ ਦੇ ਬੱਚੇ ਨੇ ਇਹ ਬਹੁਤ ਜ਼ਿਆਦਾ ਤੇਜ਼ ਨੇ। ਅੱਗਿਓਂ ਮੈਨੂੰ ਉਸ ਭਾਈ ਸਾਹਿਬ ਨੇ ਕੀ ਆਖਿਆ, ਉਹ ਕਹਿੰਦਾ ਅਸਲ ਦੇ ਵਿੱਚ ਨਾ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ, ਪ੍ਰੈਗਨੈਂਸੀ ਹਾਲਤ ਦੇ ਵਿੱਚ ਹੁੰਦੀ ਹੈ, ਉਸ ਵਕਤ ਬਹੁਤਾ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਵੀ ਤੂੰ ਭਾਈ ਹੁਣ ਰੈਸਟ ਕਰ, ਆਰਾਮ ਕਰ। ਤੇ ਉਸ ਦੌਰਾਨ ਉਹ ਕਰਦੀ ਕੀ ਹੈ, ਥੋੜਾ ਜਿਹਾ ਧਿਆਨ ਦਿਓ। ਉਸ ਦੌਰਾਨ ਕਰਦੀ ਕੀ ਆ, ਉਹ ਮੋਬਾਈਲ ਹੱਥ ਦੇ ਵਿੱਚ ਫੜ ਕੇ ਮੋਬਾਈਲ ਚਲਾਉਂਦੀ ਰਹਿੰਦੀ ਹੈ, ਸਾਰਾ ਦਿਨ ਫੋਨ ਚਲਾਉਂਦੀ ਹੈ। ਹੁਣ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੈ, ਪੇਟ ਦੇ ਵਿੱਚ ਹੈ। ਉਹ ਜੋ ਉਸ ਮਾਤਾ ਨੇ ਉਸ ਦੌਰਾਨ ਕੀਤਾ, ਫੋਨ ਚਲਾਇਆ, ਉਹਨੇ ਸਾਰਾ ਫੋਨ ਹੀ ਚਲਾਇਆ। ਹੁਣ ਬੱਚਾ ਜਦੋਂ ਸੰਸਾਰ ਦੇ ਵਿੱਚ ਆਇਆ, ਬੱਚੇ ਨੂੰ ਜੰਮਦਿਆਂ ਸਾਰ ਥੋੜੇ ਜਿਹੇ ਸਮੇਂ ਬਾਅਦ ਤੁਸੀਂ ਫੋਨ ਦੇ ਕੇ ਦੇਖੋ, ਝੱਟ ਖੋਲ ਕੇ ਰੱਖ ਦਿੰਦਾ, ਸਾਰੇ ਫੀਚਰ ਦੱਸ ਦਿੰਦਾ। ਕਿਉਂ? ਉਹਦਾ ਕਾਰਨ ਇਹ ਹੈ, ਜੇ ਇਹੀ ਕਿਤੇ ਉਹ ਵਾਲੀ ਮਾਂ ਉਸ ਪ੍ਰੈਗਨੈਂਸੀ ਦੌਰਾਨ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ੍ਹੇ, ਪ੍ਰੈਕਟੀਕਲ ਕਰਕੇ ਦੇਖਿਓ, ਹਕੀਕਤ ਹੈ, ਸੱਚਾਈ ਹੈ ਵੀ ਉੱਥੇ ਬਾਣੀ ਦਾ ਅਸਰ ਹੋਏਗਾ। ਜਦੋਂ ਬੱਚਾ ਜਿਹੜਾ ਹੈ ਉਹ ਨਿਤਨੇਮੀ ਹੋਏਗਾ, ਬੱਚਾ ਗੁਰੂ ਘਰ ਆਉਣ ਵਾਲਾ ਹੋਏਗਾ, ਬੱਚਾ ਬਾਣੀ ਨੂੰ ਪੜ੍ਹਨ ਵਾਲਾ ਹੋਏਗਾ, ਉਹਦੇ ਉੱਤੇ ਅਸਰ ਹੋਏਗਾ ਉਸ ਚੀਜ਼ ਦਾ। ਉਹਨਾਂ ਸਮਿਆਂ ਦੌਰਾਨ ਮਾਵਾਂ ਆਪ ਬਾਣੀ ਨਾਲ ਜੁੜਦੀਆਂ ਸਨ ਤੇ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਅਗਾਂਹ ਜੋੜਦੀਆਂ ਸਨ। ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਆਪ ਵੀ ਮੋਬਾਈਲ ਦੇ ਨਾਲ ਜੁੜੇ ਹੋਏ ਆ, ਅਗਾਂਹ ਬੱਚਿਆਂ ਨੂੰ ਵੀ ਜੋੜ ਦਿੱਤਾ। ਜੇ ਬੱਚਾ ਚੁੱਪ ਨਹੀਂ ਹੁੰਦਾ ਤੇ ਅਸੀਂ ਕੀ ਕਰਦੇ ਹਾਂ, ਫੋਨ ਉਹਦੇ ਹੱਥ ਵਿੱਚ ਫੜਾ ਦਿੰਦੇ ਹਾਂ। ਸੋ ਕੋਸ਼ਿਸ਼ ਕਰੀਏ ਵੀ ਬਾਣੀ ਦੇ ਨਾਲੋਂ ਆਪ ਜਿੱਥੇ ਨਾਤਾ ਤੋੜਿਆ ਉੱਥੋਂ ਬਾਣੀ ਦੇ ਨਾਲ ਨਾਤਾ ਜੋੜੀਏ, ਆਪ ਬਾਣੀ ਨਾਲ ਜੁੜੀਏ, ਆਪ ਬਾਣੀ ਨੂੰ ਪੜ੍ਹੀਏ ਤੇ ਅਗਾਂਹ ਜਿਹੜੇ ਬੱਚੇ ਹਨ ਉਹਨਾਂ ਨੂੰ ਬਾਣੀ ਦੇ ਨਾਲ ਜੋੜੀਏ। ਫਿਰ ਜਿਹੜਾ ਸਾਡੇ ਜੀਵਨ ਦੇ ਵਿੱਚ ਚੰਗੀ ਵਿਚਾਰ ਧਾਰਾ ਜਨਮ ਲਵੇਗੀ। ਕਿਉਂਕਿ ਜਦੋਂ ਬਾਣੀ ਦੇ ਨਾਲ ਟੁੱਟ ਗਏ ਆ, ਫਿਰ ਮਾੜੀ ਵਿਚਾਰਧਾਰਾ, ਮਾੜੇ ਫੁਰਨੇ, ਮਾੜੇ ਸੰਕਲਪ, ਫਿਰ ਮੰਦੀਆਂ ਵਿਚਾਰਾਂ ਦਾ ਸਾਡੇ ਅੰਦਰ ਜਨਮ ਹੁੰਦਾ ਹੈ। ਇਸ ਕਰਕੇ ਮੇਰੇ ਮਾਲਕ ਪਾਤਸ਼ਾਹ ਜੀ ਦੇ ਜੀਵਨ ਤੋਂ ਆਪਾਂ ਸਿੱਖਿਆ ਲਈਏ ਵੀ ਸਤਿਗੁਰੂ ਤੁਸੀਂ ਗੁਰੂ ਨਾਨਕ ਦੇ ਦਰ ਤੇ ਆਏ, ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਕੇਵਲ ਸੁਣਿਆ ਹੀ ਨਹੀਂ, ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਕੇਵਲ ਪੜ੍ਹਿਆ ਹੀ ਨਹੀਂ, ਕੇਵਲ ਗਾਇਆ ਹੀ ਨਹੀਂ। ਕਿਉਂਕਿ ਜੇ ਆਪਾਂ ਸੁਣਨ ਦੀ ਗੱਲ ਕਰਦੇ ਆ, ਪੜ੍ਹਨ ਦੀ ਗੱਲ ਕਰਦੇ ਆ, ਗਾਉਣ ਦੀ ਗੱਲ ਕਰਦੇ ਆ, ਤੇ ਹੋਰ ਵੀ ਬੜੇ ਸੇਵਕ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਕੇ ਬਾਣੀ ਨੂੰ ਪੜ੍ਹਦੇ, ਸੁਣਦੇ, ਗਾਉਂਦੇ ਸਨ, ਪਰ ਇਹਨਾਂ ਨੇ ਉਸ ਬਾਣੀ ਨੂੰ ਆਪਣੇ ਚਿੱਤ ਦੇ ਵਿੱਚ ਵਸਾਇਆ। ਇਹੀ ਕਾਰਨ ਹੈ ਕਿ ਮੇਰੇ ਮਾਲਕ ਨੇ ਬਾਬਾ ਲਹਿਣਾ ਨੂੰ ਘੁੱਟ ਕੇ ਆਪਣੇ ਅੰਗ ਨਾਲ ਲਾਇਆ ਤੇ ਉਹਨਾਂ ਦਾ ਨਾਮ ਅੰਗਦ ਪੈ ਗਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਤੇ ਉਹ ਪ੍ਰਵਾਨ ਹੋਏ। ਕੇਵਲ ਗੁਰੂ ਨਾਨਕ ਦੇ ਦਰ ਤੇ ਹੀ ਨਹੀਂ, ਪਰਮਾਤਮਾ ਦੇ ਦਰ ਦੇ ਉੱਤੇ ਵੀ ਜੀਵਨ ਪ੍ਰਵਾਨ ਹੋਇਆ। ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਕਾਲੀ, ਜਦੋਂ ਮਰਦਾਂ ਵਾਲੀ ਘਾਲਣਾ ਕਾਲੀ, ਮਿਹਨਤ ਕੀਤੀ, ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਤੇ ਆਪਣਾ ਜੀਵਨ ਵੀ ਸਫਲਾ ਕੀਤਾ ਤੇ ਹੋਰਾਂ ਨੂੰ ਵੀ ਉਹਨਾਂ ਨੇ ਬਾਣੀ ਦੇ ਨਾਲ ਜੋੜ ਕੇ ਆਪ ਵੀ ਜਿੱਥੇ ਤਰੇ ਤੇ ਹੋਰਾਂ ਨੂੰ ਵੀ ਤਾਰਨਾ ਕੀਤਾ। ਸੋ ਸਾਧ ਸੰਗਤ ਜੀਓ, ਮੇਰੇ ਮਾਲਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ੋਈ, ਅਰਦਾਸ, ਬੇਨਤੀ ਕਰੀਏ। ਪਾਤਸ਼ਾਹ ਜੀ ਦੀ ਵਿਚਾਰਧਾਰਾ ਅਸੀਂ ਆਪ ਜੀ ਦੀ ਗੋਦ ਅੰਦਰ ਬੈਠ ਕੇ ਪੜ੍ਹਦੇ ਹਾਂ, ਸ਼ਰਵਣ ਕਰਦੇ ਹਾਂ, ਉਹ ਵਿਚਾਰਧਾਰਾ ਸਾਡੇ ਜੀਵਨ ਦਾ ਵੀ ਆਧਾਰ ਬਣ ਜਾਵੇ, ਤਾਂ ਜੋ ਜਦੋਂ ਅਸੀਂ ਸੰਸਾਰ ਤੋਂ ਜਾਣਾ ਹੈ ਬੜੇ ਮਾਣ ਨਾਲ ਇਹ ਵਾਲੀ ਗੱਲ ਆਖ ਸਕੀਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਅਤੇ ਸੰਗਤ ਬਖਸ਼ਣ ਜੋਗ ਬਖਸ਼ ਲੈਣਾ। ਆਓ ਬੜੇ ਹੀ ਪਿਆਰ, ਅਦਬ, ਸਤਿਕਾਰ ਦੇ ਨਾਲ ਗੁਰਫਤਿਹ ਦੇ ਨਾਲ ਹਾਜ਼ਰੀ ਲਗਾਈਏ। ਕੋਈ ਵੀ ਰਸਨਾ ਤੇ ਸਰੀਰ ਵਾਂਝਾ ਨਾ ਰਹੇ, ਦੋਵੇਂ ਹੱਥ ਜੋੜ ਫਤਿਹ ਕਰੋ ਪ੍ਰਵਾਨ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।